ਸਤਿ ਸ਼੍ਰੀ ਅਕਾਲ एवरीवन। ਗਿਲਜ ਮੈਂਟੋਰ ਦੇ ਆਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰ ਰਿਹਾ। ਉਮੀਦ ਕਰ ਰਹੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। PSPCL ਆਨਲਾਈਨ ਕ੍ਰੈਸ਼ ਕੋਰਸ ਅੱਜ ਅਸੀਂ ਕਰਨ ਜਾ ਰਹੇ ਹਾਂ ਪ੍ਰੀਵੀਅਸ ਈਅਰ ਯਾਨੀ ਪਿਛਲੇ ਸਾਲ ਦੇ ਪੇਪਰ ਦੀ ਰੀਜਨਿੰਗ। ਤਕਰੀਬਨ ਅਸੀਂ ਰੀਜਨਿੰਗ ਦੇ ਜਿੰਨੇ ਵੀ ਸੈਸ਼ਨ ਕਵਰ ਕੀਤੇ ਨੇ ਵੀ ਹੈਵ ਟੂ ਨੋ, ਅਸੀਂ ਚੈੱਕ ਕਰਨਾ ਆ ਕਿ ਅਸੀਂ ਕਿਸ ਲੈਵਲ ਦੀ ਰੀਜਨਿੰਗ ਕੀਤੀ ਹੈ ਔਰ ਕਿਸ ਲੈਵਲ ਦੀ ਪੇਪਰ 'ਚ ਰੀਜਨਿੰਗ ਆਈ ਸੀ, बट ਅਸੀਂ ਪ੍ਰੈਜੈਂਟ ਕਿੱਥੇ ਸਟੈਂਡ ਕਰਦੇ ਹਾਂ। ਤੁਸੀਂ ਸਾਰੇ ਕੁਐਸਚਨਸ ਮੇਰੇ ਨਾਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਆਈ ਵਿਲ ਗਿਵ ਯੂ ਆਲ ਦ ਐਕਸਪਲੇਨੇਸ਼ਨਸ ਅਲੋਂਗ ਵਿਦ ਦ ਕੁਐਸਚਨ ਪੇਪਰ, ਜਿਸ ਕਰਕੇ ਕਿ ਤੁਹਾਡਾ ਮਨੋਬਲ ਵਧੇਗਾ, ਤੁਹਾਨੂੰ ਆਈਡੀਆ ਹੋਏਗਾ ਕਿ ਤੁਹਾਡੀ ਪ੍ਰੈਪਰੇਸ਼ਨ ਕਿਹੜੇ ਹੱਦ ਤੱਕ ਪਹੁੰਚ ਚੁੱਕੀ ਹੈ ਐਂਡ ਗਿਲਜ ਮੈਂਟੋਰ ਜੋ ਤੁਹਾਨੂੰ ਪ੍ਰੈਪਰੇਸ਼ਨ ਕਰਵਾ ਰਿਹਾ ਵਾ ਉਹ ਕਿਸ ਸਟੈਂਡਰਡ ਦੀ ਕਰਵਾ ਰਿਹਾ ਵਾ, ਕਿ ਤੁਸੀਂ ਕਿੱਦਾਂ ਦੇ ਕੁਐਸਚਨਸ ਅਟੈਂਪਟ ਕਰ ਸਕਦੇ ਹੋ, ਕੀ ਕੰਡੀਸ਼ਨ ਹੈ, ਸਾਰੇ ਇਸ ਪੇਪਰ ਦੇ ਅੰਦਰ ਜ਼ਰੂਰ ਕਲੀਅਰ ਹੋਣਗੀਆਂ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਤੱਕ ਇੱਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸੰਬੰਧ ਸਿਲੇਬਸ ਦੇ ਸੰਬੰਧ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਅਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਸਾਡੇ ਇੰਸਟਾਗ੍ਰਾਮ, ਟੈਲੀਗ੍ਰਾਮ, WhatsApp ਗਰੁੱਪ ਤੇ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ, ਜਿੱਥੇ ਤੁਹਾਨੂੰ ਇੰਪੋਰਟੈਂਟ PDF ਸਟੱਡੀ ਮਟੀਰੀਅਲ ਫਾਰਵਰਡ ਕੀਤਾ ਜਾਂਦਾ ਆ ਅਤੇ ਤੁਸੀਂ ਮੈਨੂੰ ਲਾਈਵ ਕਲਾਸਿਸ ਵੀ ਜੁਆਇਨ ਕਰ ਸਕਦੇ ਹੋ ਮੇਰੀਆਂ ਅਨਅਕੈਡਮੀ ਤੇ, ਜਿਹਦੇ ਸੰਬੰਧ ਵਿੱਚ ਤੁਸੀਂ ਉਹਨਾਂ ਦਾ ਲਰਨਿੰਗ ਐਪ ਡਾਊਨਲੋਡ ਕਰਨਾ ਹੈ। ਆਪਣਾ ਰਜਿਸਟ੍ਰੇਸ਼ਨ ਕਰੋ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਗਾਇਸ ਤੁਹਾਨੂੰ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਦਿੱਤਾ, ਉੱਥੇ ਕਲਿੱਕ ਕਰੋ ਔਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਡਾਇਰੈਕਟ ਹੀ ਸਾਡੇ ਨਾਲ ਜੁੜ ਜਾਓਗੇ। ਤਾਂ ਪ੍ਰੀਵੀਅਸ ਈਅਰ ਪੇਪਰ ਸੈੱਟ ਤੇ ਆਪਾਂ ਡਿਸਕਸ਼ਨ ਕਰਾਂਗੇ। ਪਲੀਜ਼ ਇਸ ਸੈਸ਼ਨ ਨੂੰ ਸ਼ੇਅਰ ਕਰ ਦਿਓ ਮੈਕਸਿਮਮ ਟੂ ਮੈਕਸਿਮਮ ਸਟੂਡੈਂਟਸ ਨੂੰ, ਸੁੱਤੇ ਹੋਏ ਲੋਕਾਂ ਨੂੰ ਜਗਾ ਦਿਓ, ਕਿਉਂਕਿ ਸਟੂਡੈਂਟਸ ਕੀ ਕਰਦੇ ਨੇ, ਸੌਂ ਜਾਂਦੇ ਨੇ। ਅੱਜ ਕੱਲ੍ਹ ਬੜਾ ਲੇਜੀ ਜਿਹਾ ਟਾਈਮ ਆ ਗਿਆ ਵਾ, ਠੀਕ ਹੈ। ਇੱਦਾਂ ਲੱਗਦਾ ਹੈ ਕਿ ਹਾਂਜੀ ਬਸ ਅਸੀਂ ਤਾਂ ਹੁਣ ਪੇਪਰ ਨਹੀਂ ਹੋਣਾ, ਕਿਉਂਕਿ ਸਾਨੂੰ ਇਹ ਆਈਡੀਆ ਹੈ ਕਿ ਸਟੂਡੈਂਟਸ ਸਾਡੇ ਪਤਾ ਨਹੀਂ ਕੀ ਸੋਚਦੇ, ਹਜੇ ਤੱਕ ਐਗਜ਼ਾਮ ਡੇਟ ਅਨਾਊਂਸ ਹੀ ਨਹੀਂ ਹੋਈ ਹੈ ਔਰ ਪਹਿਲਾਂ ਹੀ ਬੱਚੇ ਕਹਿੰਦੇ ਨੇ ਕਿ ਐਗਜ਼ਾਮ ਡੇਟ ਜੀ ਕੈਂਸਲ ਹੀ ਹੋ ਗਈ ਹੈ, ਠੀਕ ਹੈ। ਤਾਂ ਮਤਲਬ ਇਹ ਹੈ ਕਿ ਕੁਝ ਵੀ ਫੈਲਾਉਣਾ ਆ ਅੱਜ ਕੱਲ੍ਹ, ਬਲਕਿ ਇੰਟਰਨੈਟ ਦੇ ਮਾਧਿਅਮ ਤੇ ਕੁਝ ਵੀ ਫੈਲਾਇਆ ਜਾ ਸਕਦਾ ਆ। ਇੰਟਰਸਟ ਸਟੂਡੈਂਟ ਦਾ ਪੜ੍ਹਨ ਵੱਲ ਹੋਣਾ ਚਾਹੀਦਾ ਆ, ਤੁਹਾਡਾ ਵਿਜ਼ਨ, ਤੁਹਾਡਾ ਮਕਸਦ ਸਿਰਫ ਔਰ ਸਿਰਫ ਇਸ ਦੀ ਪ੍ਰੀਪਰੇਸ਼ਨ ਤੇ ਹੋਣਾ ਚਾਹੀਦਾ ਆ, ਨਾ ਐਗਜ਼ਾਮ ਡੇਟ ਕਦੋਂ ਆ ਜਾਂ ਪੇਪਰ ਕਦੋਂ ਆ, ਇਟ ਡਜ਼ਨਟ ਮੈਟਰ। ਮੈਟਰ ਇਹ ਹੈ ਕਿ ਤੁਹਾਨੂੰ ਜੋ 5-6 ਸਬਜੈਕਟ ਦਿੱਤੇ ਗਏ ਨੇ, ਯੂ ਹੈਵ ਟੂ ਕਲੀਅਰ ਆਲ ਦੀਜ਼, ਠੀਕ ਹੈ। ਤੁਸੀਂ ਇਹਨਾਂ ਸਾਰਿਆਂ ਨੂੰ ਕਲੀਅਰ ਕਰਨਾ ਆ, ਅੱਛੇ ਲੈਵਲ ਦਾ ਕਲੀਅਰ ਕਰਨਾ ਆ, ਠੀਕ ਹੈ। ਤਾਂ ਤਦ ਹੀ ਤੁਸੀਂ ਇਹ ਪੇਪਰ ਕਲੀਅਰ ਕਰ ਸਕੋਗੇ, ਰਾਈਟ। ਬਹੁਤ ਇੰਪੋਰਟੈਂਟ ਪੇਪਰ ਹੋਏਗਾ ਅੱਜ ਦਾ। ਤਾਂ ਗਾਇਜ਼ ਇਹ ਪੇਪਰ ਰੀਜਨਿੰਗ ਦਾ ਸੀਗਾ, ਠੀਕ ਹੈ ਨਾ। ਤਾਂ ਮੈਂ ਤੁਹਾਡੇ ਨਾਲ ਪੂਰਾ ਪੇਪਰ ਐਕਸਪਲੇਨੇਸ਼ਨ ਕਰਾਂਗਾ, ਸ਼ੇਅਰ ਕਰਾਂਗਾ, ਤਾਂ ਕਿ ਸਾਡੇ ਸਟੂਡੈਂਟਸ ਨੂੰ ਕੰਪਲੀਟ ਤੌਰ ਤੇ ਸਾਰੀਆਂ ਚੀਜ਼ਾਂ ਸਮਝ ਆ ਜਾਣ। ਕਲੀਅਰ ਹੈ। ਸਾਨੂੰ ਇੱਕ ਵਰਡ ਦਿੱਤਾ ਗਿਆ ਇੱਥੇ, ਠੀਕ ਹੈ ਨਾ, ਰਿਵਰੈਂਸ। ਇਹਦਾ ਮਤਲਬ ਇਹਨਾਂ ਨੇ ਪੁੱਛਿਆ ਕਿ ਵਿਚ ਕੈਨ ਬੀ ਫੋਰਮਡ ਲੈਟਰ ਟੂ ਗਿਵਨ ਓਨਲੀ ਐਜ਼ ਮੈਨੀ ਟਾਈਮਸ ਈਚ ਲੈਟਰ ਇਨ ਦਾ ਵਰਡ। ਮਤਲਬ ਕਿ ਇੱਥੋਂ ਕਿਹੜਾ ਯੂਜ਼ ਕਰਕੇ ਬਣਾਇਆ ਜਾ ਸਕਦਾ ਵਾ। ਹੁਣ ਤੁਸੀਂ ਦੇਖੋਗੇ ਕਿ ਨੈਵਰ ਕਿਉਂ ਟਿਕ ਕੀਤਾ, ਕਿਉਂਕਿ ਅਸੀਂ ਇੱਥੋਂ ਕੀ ਕੀਤਾ ਹੈ, N ਵੀ ਪਿਕ ਕੀਤਾ ਜਾਂ E ਪਿਕ ਕੀਤਾ ਜਾਂ ਫਿਰ V ਪਿਕ ਕੀਤਾ ਜਾਂ E ਪਿਕ ਕੀਤਾ ਜਾਂ R ਪਿਕ ਕੀਤਾ, ਕਰੈਕਟ ਹੈ। ਰਿਵਰ ਹੈ, ਰਿਵਰ ਦੇ ਵਿੱਚ ਦੇਖੋ ਇਸ ਆਪਾਂ ਗੱਲ ਕਰਦੇ ਹਾਂ ਰਿਵਰੈਂਸ ਦੇ ਵਿੱਚ I ਨਹੀਂ ਹੈ, ਇਸ ਕਰਕੇ ਰਿਵਰ ਪੋਸੀਬਲ ਨਹੀਂ ਹੋ ਸਕਦਾ। ਫਿਰ ਗੱਲ ਕਰਦੇ ਹਾਂ ਕਿ ਪੂਰੇ ਦੇ ਪੂਰੇ ਵਰਡ ਦੇ ਅੰਦਰ A ਨਹੀਂ ਹੈ, ਬਲਕਿ A ਨਹੀਂ ਆਏਗਾ। ਫਿਰ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਪੂਰੇ ਦੇ ਅੰਦਰ S ਨਹੀਂ ਹੈ, ਇਸ ਕਰਕੇ ਰਿਵਰਸ ਵਾਲਾ ਨਹੀਂ ਆਏਗਾ। ਤਾਂ ਨੈਵਰ ਵਿਲ ਬੀ ਕਰੈਕਟ ਆਨਸਰ, ਕਰੈਕਟ ਹੈ। ਨੈਕਸਟ ਕੁਐਸਚਨ ਗੱਲ ਕਰਦੇ ਹਾਂ ਕਿ ਆਪਾਂ ਨੂੰ ਦਿੱਤਾ ਗਿਆ ਕਿ ਸਿਲੈਕਟ। ਇਹ ਦੇਖੋ ਐਨਾਲੋਜੀ ਦੀ ਗੱਲ ਕਰਦੇ ਹਾਂ। ਤਾਂ ਐਨਾਲੋਜੀ ਇੱਕ ਇਹੋ ਜਿਹਾ ਕਨਸੈਪਟ ਹੈ ਜਿਹੜਾ ਕਿ ਤੁਹਾਡਾ ਧੂਆਂ ਕਢਾ ਸਕਦਾ ਹੈ। ਬੜਾ ਸਿੰਪਲ ਜੀ ਸਟ੍ਰੇਟ ਫਾਰਵਰਡ ਮੈਂ ਗੱਲ ਕਹਾਂਗਾ, ਬਿਕੋਜ਼ ਇਹ ਐਂਟੋਨਿਮ ਸਿਨੋਨਿਮ ਵੀ ਪੁੱਛੇ ਜਾ ਸਕਦੇ ਨੇ। ਕੁਝ ਇੱਦਾਂ ਦਾ ਵੀ ਪੁੱਛਿਆ ਜਾ ਸਕਦਾ ਹੈ ਕਿ ਜਿੱਦਾਂ ਆਪਾਂ ਕੈਪੀਟਲ ਕਰੰਸੀਜ਼ ਦੀ ਗੱਲ ਕਰਦੇ ਹਾਂ, ਕਿਸੇ ਕੰਟਰੀਜ਼ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਇਹ ਡੈਫੀਨੇਟਲੀ ਪ੍ਰੈਕਟਿਸ ਕਰਨੀ ਪਏਗੀ। ਵੀ ਵਿਲ ਪ੍ਰੋਵਾਈਡ ਯੂ ਇਹ ਸ਼ਾਰਟ ਨੋਟਿਸ, ਠੀਕ ਹੈ। ਤੁਹਾਨੂੰ ਇੱਕ ਸ਼ਾਰਟ ਨੋਟਿਸ ਦੇਵਾਂਗੇ ਆਨਲਾਈਨ ਐਗਜ਼ਾਮੀਨੇਸ਼ਨ ਦਾ, ਆਨਲਾਈਨ ਪ੍ਰੈਪਰੇਸ਼ਨ ਦਾ ਐਂਡ PDFs ਵਾਸਤੇ, ਜਿਸ ਕਰਕੇ ਕਿ ਤੁਸੀਂ ਆਪਣੀ ਤਿਆਰੀ ਹੋਰ ਵੀ ਅੱਛੀ ਕਰ ਸਕੋਗੇ, ਰਾਈਟ। ਜਿੱਦਾਂ ਇਹਨਾਂ ਨੇ ਦੱਸਿਆ ਕਿ ਆਪਾਂ ਨੂੰ ਨਿਊਟ੍ਰੀਸ਼ਨ ਹੈ ਇਹ ਐਲੀਮੈਂਟ। ਦੇਖੋ ਨਿਊਟ੍ਰੀਸ਼ਨ ਇੱਕ ਪੋਸ਼ਨ ਆ ਔਰ ਐਲੀਮੈਂਟ ਆਪਾਂ ਕਹਿ ਸਕਦੇ ਹਾਂ ਪੋਸ਼ਣ ਆਹਾਰ ਆ। ਇਹਦੇ ਬਰਾਬਰ ਕੀ ਚੀਜ਼ ਕੰਸੀਡਰ ਕਰੇਗੀ, ਲਾਈਕ ਆਪਾਂ ਗੱਲ ਕਰਦੇ ਹਾਂ ਪਹਿਲਾਂ ਅਬੰਡੈਂਟ ਹੈ, ਇਨਸਫੀਸ਼ੀਐਂਟ ਦੀ ਗੱਲ ਕਰਦੇ ਹਾਂ। ਅਬੰਡੈਂਟ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਪ੍ਰਚੁਰ ਮਾਤਰਾ ਦੇ ਵਿੱਚ, ਬਹੁਤ ਵੱਡੀ ਮਾਤਰਾ ਦੇ ਵਿੱਚ, ਔਰ ਇਨਸਫੀਸ਼ੀਐਂਟ ਦੀ ਗੱਲ ਕਰਦੇ ਹਾਂ ਕਿ ਬਿਲਕੁਲ ਪ੍ਰਿਆਪਤ ਨਹੀਂ ਹੈ, ਤਾਂ ਇਹ ਤਾਂ ਬਿਲਕੁਲ ਕੰਸੀਡਰਡ ਨਹੀਂ ਹੈ ਫਸਟ ਵਾਲਾ, ਠੀਕ ਹੈ ਜੀ। ਸੈਕਿੰਡ ਵਾਲਾ ਇਹਨਾਂ ਨੇ ਬਿਲਕੁਲ ਕਰੈਕਟ ਕਹਿ ਰੱਖਿਆ ਵਾ। ਕਰੈਕਟ ਦੀ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਸਕੇਅਰਸ ਹੈ, ਜਿੱਦਾਂ ਕਿ ਅਜੀਬ ਜਾਂ ਅਨੂਠਾ ਜਾਂ ਮੁਸ਼ਕਿਲ, ਮਤਲਬ ਇੱਦਾਂ ਦਾ ਵਰਡ ਯੂਜ਼ ਹੁੰਦਾ ਆ। ਔਰ ਇਹਦੇ ਨਾਲ ਹੈ ਕਿ ਡੈਫੀਸ਼ੀਐਂਟ ਦਾ ਮਤਲਬ ਨਾ ਕਿ ਅਪੂਰਨ ਹੈ, ਕੋਈ ਚੀਜ਼ ਘੱਟ ਹੈ, ਤਾਂ ਮਤਲਬ ਵੀ ਕੰਸੀਡਰਡ ਕਰ ਰਹੀ ਹੈ, ਇਸ ਕਰਕੇ ਦੋਨਾਂ ਦਾ ਲੌਜਿਕ ਹੈ ਉਹ ਸੇਮ ਹੀ ਹੈ, ਤਾਂ ਆਪਾਂ ਇਹਨੂੰ ਕਰੈਕਟ ਹੀ ਕਰਾਂਗੇ। ਗੱਲ ਕਰਦੇ ਹਾਂ ਨੈਕਸਟ, ਤੀਜਾ ਹੈ ਆਪਣੇ ਕੋਲ ਦੇ ਰੱਖਿਆ ਕਿ ਅਰਾਈਡ ਹੈ ਔਰ ਫਰਟੀਲਾਈਜ਼, ਠੀਕ ਹੈ। ਅਰਾਈਡ ਦਾ ਮਤਲਬ ਜੇ ਗੱਲ ਕਰਦੇ ਹਾਂ ਆਪਾਂ ਨਿਰਜਲ ਕਹਿ ਸਕਦੇ ਹਾਂ, ਸ਼ੁਸ਼ਕ ਕਹਿ ਸਕਦੇ ਹਾਂ, ਠੀਕ ਹੈ ਨਾ। ਜਿੱਦਾਂ ਸ਼ੁਸ਼ਕ ਆਪਾਂ ਬਰਾਨੀ ਕਹਿ ਸਕਦੇ ਹਾਂ, ਲਾਈਕ ਇੱਦਾਂ ਦਾ।
ਔਰ ਫਰਟਾਈਲ ਦੀ ਗੱਲ ਕਰਦੇ ਆ ਤਾਂ ਫਰਟਾਈਲ ਮੀਨਸ ਹੁੰਦਾ ਆ ਉਪਜਾਊ ਹੋ ਗਿਆ ਵਾ, ਠੀਕ ਹੈ, ਉਰਕ ਹੋ ਗਿਆ ਵਾ, ਤਾਂ ਇਹ ਦੋਨਾਂ ਦੇ ਮੇਲ ਨਹੀਂ ਖਾ ਰਹੇ ਆ, ਠੀਕ ਹੈ। 4th ਨੰਬਰ ਤੇ ਆਪਾਂ ਨੂੰ ਟੈਂਪਰ ਦੇ ਰੱਖਿਆ ਹੈ ਔਰ ਬਲੀਸਫੁਲ ਦੇ ਰੱਖਿਆ ਹੈ। ਟੈਂਪਰ ਦਾ ਪਾਰਟਿਕੂਲਰ ਮਤਲਬ ਹੁੰਦਾ ਹੈ ਘੱਟ ਕਰਨਾ, ਠੀਕ ਹੈ, ਜਾਂ ਆਪਾਂ ਕੜਾ ਵੀ ਕਹਿ ਸਕਦੇ ਹਾਂ, ਠੀਕ ਹੈ। ਔਰ ਜਿੱਥੋਂ ਤੱਕ ਗੱਲ ਹੈ ਕਿ ਬਲੀਸਫੁਲ ਦਾ ਮਤਲਬ ਹੁੰਦਾ ਸੁਖਦ, ਤਾਂ ਮਤਲਬ ਇਹਨਾਂ ਦੇ ਜੋ ਰਿਲੇਸ਼ਨਸ ਨੇ ਨਾ ਉਹ ਰਿਲੇਸ਼ਨ ਮੈਚ ਨਹੀਂ ਕਰ ਰਹੇ ਹੈ, ਤਾਂ ਇਸ ਕਰਕੇ ਸੈਕਿੰਡ ਬਿਲਕੁਲ ਕਰੈਕਟ ਹੋਏਗਾ। ਇੱਕ ਵਾਰ ਪਲੀਜ਼ ਸਾਰੇ ਸਟੂਡੈਂਟਸ ਸ਼ੇਅਰ ਕਰ ਦਿਓ, ਸਾਰੇ ਸਟੂਡੈਂਟਸ ਪਲੀਜ਼, ਤੁਹਾਨੂੰ ਰਿਕੁਐਸਟ ਹੈ, ਬਾਰ-ਬਾਰ ਇਹ ਨਹੀਂ ਕਹਿਣਾ ਪਏ, ਠੀਕ ਹੈ। ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ। ਬਹੁਤ ਜਲਦੀ ਆਪਾਂ ਲਾਈਵ ਕਲਾਸਿਸ ਹੋਰ ਵੀ ਬਿਹਤਰੀਨ ਕਰਨ ਜਾਵਾਂਗੇ, ਜਿਸ ਕਰਕੇ ਕਿ ਤੁਹਾਡੇ ਲਾਈਵ ਡਾਊਟ ਸੈਸ਼ਨਸ ਹੋਣਗੇ ਉਹ ਵੀ ਬਿਲਕੁਲ ਕਲੀਅਰ ਹੋ ਜਾਣਗੇ ਨਾਲ ਦੀ ਲਈ, ਕਰੈਕਟ ਹੈ। ਚਲੋ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ ਨੈਕਸਟ ਹੈ, ਆਪਾਂ ਨੂੰ ਦਿੱਤਾ ਗਿਆ ਕਿ ਤੁਹਾਡੇ ਕੋਲ 4 ਵਰਡ ਨੇ, ਚਾਰਾਂ ਦੇ ਵਿੱਚੋਂ ਦੱਸੋ ਇੱਕ ਰੋਂਗ ਕਿਹੜਾ ਹੈ। ਦੇਖੋ ਵਾਚ ਹੈ, ਆਪਾਂ ਨੂੰ ਪਤਾ ਕਿ ਵਾਚ ਘੜੀ ਦੇ ਸੰਬੰਧ 'ਚ ਹੈ। ਕਲੌਕ ਹੈ ਤੇ ਟਾਈਮ ਦੇਖਣ ਦੇ ਕੰਮ ਆਉਂਦਾ ਆ। ਫਿਰ ਉਸ ਤੋਂ ਬਾਅਦ ਟਾਈਮ ਪੀਸ ਹੈ, ਟਾਈਮ ਪੀਸ ਵੀ ਟਾਈਮ ਹੈ। ਤੇ ਇਹਨਾਂ ਨੇ ਦੱਸਿਆ ਕਿ ਮੂਵਮੈਂਟ, ਤੇ ਮੂਵਮੈਂਟ ਦਾ ਤਾਂ ਕੋਈ ਰਿਲੇਸ਼ਨ ਬਣ ਹੀ ਨਹੀਂ ਰਿਹਾ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਔਡ ਹੈ, ਜੋ ਕਿ ਇਸ ਨੂੰ ਆਊਟ ਕਰਨਾ ਪਏਗਾ, ਰਾਈਟ। ਇਸ ਤੋਂ ਬਾਅਦ ਨੈਕਸਟ ਆਪਾਂ ਨੂੰ ਦਿੱਤਾ ਹੋਇਆ ਵੈਨ ਡਾਇਗਰਾਮ ਦੇ ਵਿੱਚੋਂ ਦਿੱਤਾ ਗਿਆ। ਵੈਨ ਡਾਇਗਰਾਮ ਦਾ ਮਤਲਬ ਇਹ ਹੁੰਦਾ ਆ ਕਿ ਤੁਸੀਂ ਕੈਟੇਗਰੀ ਕੰਸੀਡਰ ਕਰਨੀਆਂ ਆ, ਜਿਵੇਂ ਡਾਕਟਰ ਹੈ, ਡਾਕਟਰ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਹਾਰਟ ਸਪੈਸ਼ਲਿਸਟ ਹੈ, ਫਿਰ ਹੈ ਸਰਜਨ। ਦੇਖੋ ਡਾਕਟਰ ਹੁੰਦੀ ਹੈ ਇਹਨਾਂ ਦੀ ਇੱਕ ਕੈਟੇਗਰੀ, ਮਤਲਬ ਮੈਂ ਕਹਿ ਸਕਦਾ ਕਿ ਕਾਸਟ ਹੈ, ਚਾਹੇ ਉਹ ਡਾਕਟਰ ਮੈਂ ਈਵਨ ਕਿ ਇੱਕ RMP ਡਾਕਟਰ ਹੈ, ਰਾਈਟ। ਮੈਂ ਸੈਕੰਡਲੀ ਗੱਲ ਕਹਾਂਗਾ ਕਿ ਚਾਹੇ ਉਹ ਨਿਊਰੋ ਦਾ ਡਾਕਟਰ ਹੈ, ਚਾਹੇ ਉਹ ਹਾਰਟ ਸਪੈਸ਼ਲਿਸਟ ਹੈ, ਬਹੁਤ ਸਾਰੇ ਡਾਕਟਰ ਨੇ, ਇਹਨਾਂ ਦੀ ਕੈਟੇਗਰੀ ਕੀ ਹੋਗੀ ਬਹੁਤ ਵੱਡੀ। ਮੈਂ ਕਹਿ ਸਕਦਾ ਕਿ ਇਹਨਾਂ ਦੀ ਇਹ ਡਾਕਟਰ, ਇਹਨਾਂ ਦੀ ਕੈਟੇਗਰੀ ਕਹਿ ਸਕਦੇ ਹਾਂ, ਮੈਂ ਕਹਿ ਸਕਦਾ ਵਾਂ ਕਿ ਇਹਨਾਂ ਦੀ ਕਾਸਟ ਹੈ, ਰਾਈਟ। ਉਸ ਤੋਂ ਬਾਅਦ ਸਪੈਸ਼ਲਿਸਟ ਆਉਂਦੇ ਨੇ, ਚਾਹੇ ਉਹ ਹਾਰਟ ਦਾ ਹੈ, ਚਾਹੇ ਉਹ ਸਰਜਨ ਦਾ ਹੈ, ਕਰੈਕਟ ਹੈ। ਤੇ ਇਦਾਂ ਦਾ ਆਪਾਂ ਲੌਜਿਕ ਲੱਭਾਂਗੇ, ਇਹੀ ਚੀਜ਼ਾਂ ਇੰਪਲੀਮੈਂਟ ਹੈ। ਦੇਖੋ ਤਿੰਨੇ ਚੀਜ਼ਾਂ ਇਕੱਠੀਆਂ ਤਾਂ ਹੋ ਨਹੀਂ ਸਕਦੀਆਂ, ਤਿੰਨੇ ਵੱਖਰੀਆਂ ਨਹੀਂ ਹੋ ਸਕਦੀਆਂ, ਲੇਕਿਨ ਇਦਾਂ ਕਦੇ ਵੀ ਨਹੀਂ ਹੋਏਗਾ ਕਿ ਡਾਕਟਰ ਦੇਖੋ ਹਾਰਟ ਜਿਸ ਹਿਸਾਬ ਦਾ ਇਹ ਹੈ, ਮਤਲਬ ਅਗਰ ਆਪਾਂ ਕਹਿ ਦਿੰਦੇ A ਹੈ ਤੇ B ਹੈ, C ਹੈ, ਅਗਰ ਆਪਾਂ C ਨੂੰ ਮੰਨਾਂਗੇ ਠੀਕ ਹੈ ਵੀ ਡਾਕਟਰ ਮੰਨ ਲੈਂਦੇ ਆ, ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿ B ਅਤੇ A ਦੀ ਕੋਈ ਕੈਟੇਗਰੀ ਛੋਟੀ ਵੱਡੀ ਹੋਏਗੀ। RMP ਅਤੇ ਸਪੈਸ਼ਲਿਸਟ ਬਾਰੇ ਤਾਂ ਇੱਥੇ ਕਿਹਾ ਨਹੀਂਗਾ, ਤਾਂ ਦੈਟਸ ਵਾਈ ਵੀ ਕੈਨ ਸੇ ਦੈਟ ਕਿ ਆਊਟ ਹੋਏਗਾ। ਤਾਂ ਆਟੋਮੈਟਿਕ ਆਪਣੇ ਕੋਲੇ ਆਪਸ਼ਨ 4th ਬਚ ਗਿਆ, ਕਿਉਂਕਿ ਡਾਕਟਰ ਹੀ ਨੇ, ਚਾਹੇ ਉਹ ਸਰਜਨ ਹੈ, ਚਾਹੇ ਹਾਰਟ ਸਪੈਸ਼ਲਿਸਟ ਹੈ, ਚਾਹੇ ਨਿਊਰੋ ਹੈ, ਠੀਕ ਹੈ ਨਾ। ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਸੇਮ ਨੇ, ਬਲਕਿ ਉਹਨਾਂ ਦੀ ਕਿਸੇ ਸਪੈਸ਼ਲਿਸਟ ਹੀ ਸੇਮ ਹੈ। ਐਂਡ ਸੈਕੰਡਲੀ ਥਿੰਗ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਹੈ ਉਹ ਇਹਨਾਂ ਦਾ ਕੀ ਕੋਡ ਹੈ, ਇਹਨਾਂ ਦੀ ਕੈਟੇਗਰੀ ਹੈ, ਕਰੈਕਟ ਹੈ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਕੁਐਸਚਨ ਨੰਬਰ ਨੈਕਸਟ ਦੇ ਰੱਖਿਆ ਹੈ, ਇਹਨਾਂ ਨੇ ਦੱਸਿਆ ਕਿ ਤਿੰਨਾਂ ਦੇ ਵਿੱਚੋਂ ਦੱਸੋ ਇੱਕ ਕਿਹੜਾ ਆਊਟ ਹੈ। ਜਿੱਥੋਂ ਤੱਕ ਗੱਲ ਕਰਦੇ ਹਾਂ ਥਰਮਾਮੀਟਰ ਦੀ, ਮੇਰੇ ਪਿਆਰੇ ਦੋਸਤੋ, ਥਰਮਾਮੀਟਰ ਨੇ ਇੱਕ ਮਾਪਕ ਯੰਤਰ ਹੁੰਦਾ ਹੈ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਨੇਮੋਮੀਟਰ ਦੀ। ਅਨੇਮੋਮੀਟਰ ਯੂਜ਼ ਕਰਦੇ ਹਾਂ ਆਪਾਂ ਜਿਵੇਂ ਕਿ ਜਿਹੜੀ ਹਵਾ ਦੀ ਗਤੀ ਨਾਪਣ ਵਾਸਤੇ ਹੁੰਦਾ ਹੈ, ਜਿਹਨੂੰ ਆਪਾਂ ਸ਼ੁੱਧ ਰੂਪ 'ਚ ਕਹੀਏ ਤਾਂ ਪਵਨ ਦੀ ਗਤੀ ਨਾਪਣ ਵਾਸਤੇ ਜੋ ਹੈ ਅਨੇਮੋਮੀਟਰ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਠੀਕ ਹੈ, ਉਸ ਤੋਂ ਬਾਅਦ ਹੋ ਗਿਆ ਕਿ ਰੇਨ ਗੈਸ ਦਾ ਮਤਲਬ ਸਮਝਦੇ ਹੋ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਆਪਾਂ ਗੱਲ ਕਰਦੇ ਨੈਕਸਟ, ਤਾਂ ਪ੍ਰੀਸੈਪੀਟੇਸ਼ਨਸ, ਇਹ ਚੀਜ਼ਾਂ ਆਊਟ ਹੋ ਗਈਆਂ ਨੇ, ਤੇ ਇਸ ਕਰਕੇ ਇਹਦਾ ਕੋਈ ਲੌਜਿਕ ਨਹੀਂ ਬਣਦਾ। ਆਪਸ਼ਨ ਨੰਬਰ 3 ਬਿਲਕੁਲ ਆਊਟ ਹੋਣਾ ਚਾਹੀਦਾ ਆ। ਨੰਬਰ ਗੱਲ ਕਰਦੇ ਨੈਕਸਟ ਕੁਐਸਚਨ ਦੀ। ਅੱਛਾ ਕੁਐਸਚਨ ਹੈ, ਖੂਬਸੂਰਤ ਕੁਐਸਚਨ ਹੈ। पूछा गया कि मेटल वेपन, ठीक है, मेटल वेपन। और नैक्सट अपन पूछा गया कि पोर्सलेन। तो सब तो पहले गल करांगे कि देखो मैटल है वो वैपन दे विच यूज हुंदा आ, ते पोर्सलेन दी जिथों तक गल आउंदी पोर्सलेन हुंदा चीनी मिट्टी। तो चीनी मिट्टी के संबंध दे विच हाउस दे विच तां हाउस तां एक सारिਆਂ ने हो गए, चाहे पक्का है चाहे कच्चा है, लेकिन यूज आप नहीं कर सकते इत्थे। पेंटिंग नॉट कि वी कैन ए बिल्कुल सुटेबल नहीं है। उस तो बाद हो गया कि रेल रोड बिल्कुल नहीं है। तो क्रॉकरी बिल्कुल 101% ये कंसीडर कर रहा वा, क्योंकि क्रॉकरी लाइक जस्ट इज है मिट्टी के बर्तन भांडे आप इंज मिला सकते हैं। करेक्ट है। नैक्सट क्वेश्चन अच्छा खूबसूरत क्वेश्चन है। एक क्वेश्चन दे विच दस्सिया जा रहा है कि एक एग्जाम्पल का कोड उन्होंने इंज बना के दिता है। मेरे दोस्तों सब तो पहला तुहानूं पता है कि मैं रीजनिंग दे विच एक तुहानूं टॉपिक करवाया सीगा जिसका नाम सी अल्फाबैट। अल्फाबैट के अंदर मैं तुहानूं बहुत बार बार कहा सीगा कि ये 26 लैटर्स ने, जिन्होंने याद कर लो, जिन्होंने कोड्स याद कर लो, बहुत ईजी है। इन्हों सीधे भी याद कर लो और इनवर्स भी याद कर लो। पेपर 'च तुहाडा घट टाइम लगेगा, मनोबल वधेगा। मैं गारंटी करदा हां मेरा टारगेट तुहाडे नाल ये है, वादा मेरा कि 25 क्वेश्चन रीजनिंग दे है। जो स्टूडेंट गिल्ज मेंटोर तो अच्छी मेहनत नाल पढ़ रहा वा, तुसी बेईमानी नाल नहीं पढ़ रहे हो, तो मेरी गारंटी है कि 25 चो तुहाडे 24 भी नहीं होणगे, क्योंकि जो असी सिलेबस करावांगे उहदे चो सिंगल चीज़ भी आउट नहीं होएगी।
ਕਰੈਕਟ ਹੈ। ਇਦਾਂ ਹੀ ਮੈਂ ਮੈਥਮੈਟਿਕਸ ਦੀ ਗਾਰੰਟੀ ਕਹਿ ਸਕਦਾ ਵਾਂ ਕਿ 25 ਦੇ ਵਿੱਚੋਂ ਤੁਸੀਂ ਸਹੀ ਨੀਅਤ ਨਾਲ ਕੰਮ ਕਰ ਸਕਦੇ ਹੋ। ਜ਼ਿਆਦਾ ਨਹੀਂ ਮੈਂ ਕਹਿ ਸਕਦਾ, ਲੇਕਿਨ ਮੈਂ ਇੰਨਾ ਕਹਿ ਸਕਦਾ ਹਾਂ ਕਿ ਲਗਭਗ 20 ਤੁਸੀਂ 101% ਅੱਛਾ ਕਰ ਸਕਦੇ ਹੋ। ਮਤਲਬ ਓਵਰਆਲ 50 ਦੇ ਵਿੱਚੋਂ 45 ਨੰਬਰ ਤੁਸੀਂ ਮੈਥ ਅਤੇ ਰੀਜਨਿੰਗ ਦੇ ਵਿੱਚੋਂ ਮੈਂ ਤੁਹਾਡੀ ਗਾਰੰਟੀ ਕਰ ਰਿਹਾ ਵਾਂ। ਔਰ ਇੱਦਾਂ ਹੀ ਤੁਹਾਨੂੰ ਜੀਕੇ ਦੇ ਵਿੱਚੋਂ ਅਸੀਂ ਗਾਰੰਟੀ ਕਰਾਂਗੇ, ਕਿਉਂਕਿ ਅਸੀਂ ਜੀਕੇ ਦਾ, ਕਰੰਟ ਅਫੇਅਰ ਦਾ ਕੋਈ ਵੀ ਐਸਾ ਸੈਕਸ਼ਨ ਨਹੀਂ ਡ੍ਰੌਪ ਆਊਟ ਕਰਾਂਗੇ, ਇਨਕਲੂਡਿੰਗ ਕੰਪਿਊਟਰ ਦੀ ਗੱਲ ਕਰੀਏ ਕਿ ਜਿੱਥੋਂ ਤੁਹਾਡਾ ਸਕੋਰ ਛੁੱਟ ਜੇ, ਜਿੱਥੋਂ ਤੁਹਾਨੂੰ ਕੁਐਸਚਨ ਛੁੱਟ ਜਾਣ, ਤੁਹਾਨੂੰ ਰਿਅਲਾਈਜ਼ ਹੋਵੇ ਕਿ ਹਾਂਜੀ ਅਸੀਂ ਸੈਲਫ ਸਟੱਡੀ ਨਹੀਂ ਕੀਤੀ ਹੈ। ਤਾਂ ਫॉर द काइंड ऑफ इन्फॉर्मेशन ਲਾਈਵ ਸੈਸ਼ਨ ਜੁਆਇਨ ਕਰਨਾ ਤਾਂ ਕਰਨਾ ਹੀ ਹੈ, ਕਿਉਂਕਿ ਲਾਈਵ ਸੈਸ਼ਨ ਦੇ ਅੰਦਰ ਤੁਹਾਡੇ ਚੋਂ ਕਈ ਮੈਂ ਕਹਿ ਸਕਦਾ ਕਿ ਜ਼ਿਆਦਾ ਬੁੱਧੀ ਵਾਲੇ ਬੱਚੇ ਇਦਾਂ ਦੇ ਵੀ ਹੁੰਦੇ ਨੇ ਕਿ ਸਾਨੂੰ ਪੀਡੀਐਫਸ ਮਿਲ ਜਾਣ ਫॉर ਰਿਵੀਜ਼ਨ। ਦੇਖੋ ਉਹ ਆਪਣੀ ਜਗ੍ਹਾ ਤੇ ਸਹੀ ਹੋ ਸਕਦੇ ਨੇ, ਬਟ ਇੱਥੇ ਆਪਾਂ ਕੀ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਇਹ ਹੋ ਸਕਦੀ ਹੈ ਕਿ ਲਾਈਵ ਕਲਾਸ ਦੇ ਅੰਦਰ ਮੈਕਸਿਮਮ ਟੂ ਮੈਕਸਿਮਮ ਜੋ ਕਨਸੈਪਟਸ ਹੁੰਦੇ ਨੇ ਉਹ ਕਲੀਅਰ ਹੁੰਦੇ ਨੇ। ਤਾਂ ਗਾਇਜ਼ ਇਸੇ ਕਰਕੇ ਹੀ ਤੁਸੀਂ ਅੱਛੇ ਲੈਵਲ ਦੀ ਪ੍ਰਿਪਰੇਸ਼ਨ ਕਰਨੀ ਹੈ, ਔਰ ਪ੍ਰਿਪਰੇਸ਼ਨ ਦੇ ਨਾਲ ਨਾਲ ਹੀ ਤੁਸੀਂ ਸਾਰੇ ਡਾਊਟਸ ਆਪਣੇ ਕਲੀਅਰ ਕਰਨੇ ਆ। ਕਰੈਕਟ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਇਸ ਦਾ ਸਿਲਸਿਲਾ ਕੁਐਸਚਨ ਦਾ ਪਾਰਟਿਕੂਲਰ ਕੁਐਸਚਨ ਕੀ ਕਹਿੰਦਾ ਵਾ, ਇਹ ਕਹਿ ਰਿਹਾ ਕਿ ਇੱਥੇ E 5 ਨੰਬਰ ਤੇ F 6 ਨੰਬਰ ਤੇ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਟੈਪ ਇਨਕਰੀਜ਼ ਹੋਇਆ ਵਾ। X 24 ਤੇ ਹੁੰਦਾ ਹੈ ਤੇ W 23 ਤੇ ਹੁੰਦਾ, ਘੱਟ ਹੋਇਆ ਹੈ, ਇੱਕ ਵਧਿਆ ਆ, ਫਿਰ ਇੱਕ ਘੱਟ ਹੋਇਆ। ਇਦਾਂ ਹੀ ਆਪਾਂ D ਦਾ ਇੱਕ ਵਧਾ ਦਾਂਗੇ ਤਾਂ ਆਪਣੇ ਕੋਲੇ ਕੀ ਆ ਜਾਏਗਾ, E ਆ ਜਾਏਗਾ। ਲੇਕਿਨ ਆਪਾਂ ਨੂੰ ਮੈਂ ਤੁਹਾਨੂੰ ਕੋਡ ਦੱਸਿਆ ਸੀਗਾ ਕਿ ਕਦੇ ਵੀ ਇਹਨਾਂ ਨੂੰ ਪੂਰਾ ਨਹੀਂ ਕਰਨਾ, ਬਲਕਿ ਛੋਟਾ ਕਰੋ। E ਤੋਂ ਸਟਾਰਟਿੰਗ ਸਾਰਿਆਂ ਦੀ ਹੋ ਰਹੀ ਹੈ, ਔਰ ਆਪਾਂ ਚੈੱਕ ਕਰਾਂਗੇ ਲਾਸਟ ਦੇ ਵਿੱਚ ਇੱਥੇ ਆਪਣੇ ਕੋਲ E ਸੀਗਾ ਔਰ ਇੱਥੇ F ਸੀਗਾ, ਇਹਦਾ ਮਤਲਬ ਇਨਕਰੀਜ਼ ਹੋਇਆ ਸੀਗਾ। ਇੱਥੇ N ਹੈ ਤਾਂ N ਦਾ ਅਗਰ ਆਪਾਂ ਗੱਲ ਕਰਾਂਗੇ ਕਿ N ਅਗਰ ਇੱਥੇ ਸਾਡੇ ਕੋਲ ਵੱਧ ਕੇ ਹੈ ਤਾਂ ਇੱਕ ਡੈਫੀਨੇਟਲੀ ਘੱਟ ਕੇ ਹੀ ਆਏਗਾ। ਤਾਂ ਨੈਕਸਟ ਆਪਣੇ ਕੋਲ ਕੀ ਹੋਣਾ ਚਾਹੀਦਾ, M ਆਉਣਾ ਚਾਹੀਦਾ। M ਇਹਦੇ ਐਂਡ ਵਿੱਚ ਹੈ ਨਹੀਂ, ਇਹਦੇ ਐਂਡ ਵਿੱਚ ਹੈ ਨਹੀਂ, ਇਹਨਾਂ ਨੂੰ ਐਲੀਮੀਨੇਟ ਕਰ ਦਿਓ, ਇਹਨਾਂ ਨੂੰ ਹਟਾ ਦਿਓ। ਜਿੱਥੋਂ ਤੱਕ ਗੱਲ ਕਰੀਏ ਬਿਗਨਿੰਗ ਦੀ, ਇੱਥੇ 24 ਸੀ, ਇੱਥੇ 23 ਦਿੱਤਾ ਗਿਆ, ਇੱਥੇ 9 ਹੈ ਤਾਂ ਡੈਫੀਨੇਟਲੀ 8 ਹੋਣਾ ਚਾਹੀਦਾ। 8 ਵਾਲਾ ਇਹੀ ਹੈ, ਬਾਕੀ ਕੋਈ ਨਹੀਂ ਹੋਏਗਾ। ਬਹੁਤ ਅੱਛੇ ਲੈਵਲ ਦਾ ਕੁਐਸਚਨ ਹੈ ਤੇ ਤੁਹਾਨੂੰ ਇਦਾਂ ਬਿਲਕੁਲ ਡੈਫੀਨੇਟਲੀ ਸਮਝ ਆਉਣਾ ਚਾਹੀਦਾ ਆ। ਠੀਕ ਹੈ, ਚਲੋ ਜੀ ਕੁਐਸਚਨ ਨੰਬਰ ਨੈਕਸਟ ਹੈ, ਇਫ ਪੈਨ ਇਜ਼ ਕੋਲਡ ਬੁੱਕ। ਅਗਰ ਪੈਨ ਨੂੰ ਬੁੱਕ ਕਿਹਾ ਜਾਂਦਾ, ਬੁੱਕ ਨੂੰ ਆਪਾਂ ਪੈਨਸਿਲ ਕਹਿੰਦੇ ਆ, ਪੈਨਸਿਲ ਨੂੰ ਆਪਾਂ ਨੋਟਬੁੱਕ ਕਹਿੰਦੇ ਆ, ਨੋਟਬੁੱਕ ਨੂੰ ਆਪਾਂ ਇਰੇਜ਼ਰ ਕਹਿੰਦੇ ਆ। ਤਾਂ ਵਾਟ ਵਿਲ ਬੀ ਸਟੂਡੈਂਟ ਰਾਈਟ ਇਨ। ਠੀਕ ਹੈ, ਤਾਂ ਸਟੂਡੈਂਟ ਰਾਈਟ ਇਨ ਕਾਹਦੇ ਚ ਕਰੇਗਾ, ਸਟੂਡੈਂਟ ਕਰੇਗਾ ਭਈਆ ਨੋਟਬੁੱਕ। ਕਾਹਦੇ ਵਿੱਚ ਕਰੇਗਾ, ਨੋਟਬੁੱਕ ਦੇ ਵਿੱਚ। ਲੇਕਿਨ ਨੋਟਬੁੱਕ ਨੂੰ ਆਪਾਂ ਕੀ ਕਹਿੰਦੇ, ਇਰੇਜ਼ਰ ਕਹਿੰਦੇ, ਤੇ ਇਸ ਕਰਕੇ ਇਰੇਜ਼ਰ ਵਾਲਾ ਆਨਸਰ ਬਿਲਕੁਲ ਠੀਕ ਠਾਕ ਹੀ ਸਹੀ ਹੋਏਗਾ। ਕਰੈਕਟ ਹੈ। ਚਲੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਅੱਛੇ ਲੈਵਲ ਦਾ ਕੁਐਸਚਨ ਕਵਰ ਕਰਾਂਗੇ ਹੁਣ ਆਪਾਂ। क्वेश्चन च दस्या जा रहा है कि एक मेरा है राइड से बाइक टू रीच हर शॉप डेली। ठीक है, आप डायग्राम बनावांगे। इस डायग्राम के अंदर मैं तुहानूं दो ऑप्शन दसे सीगे कि तुसीं इत्थे उपर वाली तरफ नॉर्थ भी बना सकते हो, नीचे साउथ बना सकते हो, इधर ईस्ट बना सकते हो, वैस्ट बना सकते हो। बट मैं हमेशा इदां करदा वां, ईस्ट वैस्ट अते नॉर्थ अते साउथ। ठीक है, सवाल च है कि मीरा राइट से बाइक रीच टू हर शॉप डेली। ठीक है, इहदा होम स्टेशन ऑलवेज इत्थों मनना है। 3 किलोमीटर ओह की करदी है, नॉर्थ वल जांदी है। 3 किलोमीटर नॉर्थ वल गई, इत्थे पहुंच चुकी है। दैन ही टर्न लैफ्ट, इत्थों लैफ्ट टर्न करदी है। तो लैफ्ट टर्न करके उसने कितना कीता, 1 किलोमीटर कवर किया। दैन ही उसने अपने राइट टर्न किया, तो राइट टर्न इत्थे करेगी। दैन ही अगेन टर्न 1 किलोमीटर राइट किया, तो हुण अपनी शॉप दे विच पहुंच चुकी है। तो दोस्तों यह सवाल पूछा जा रहा है कि दसो वो किस डायरेक्शन दे विच है। तो डेफिनेटली नॉर्थ डायरेक्शन च है, तो ऑप्शन नंबर फर्स्ट बिल्कुल करैक्ट ही होएगा। सवाल नंबर करते हैं नेक्स्ट। अच्छा क्वेश्चन है। ठीक है, नेहा वॉक्स 2 किलोमीटर फ्रॉम हर स्कूल। ठीक है, तो सवाल अगला की है, इदां दा सवाल है, बिल्कुल सेम है। टाइम एंड डिस्टेंस की बल्कि गल करते हैं डिस्टेंस की। क्वेश्चन डिस्टेंस के संबंध च पूछा गया वा। नेहा वॉक्स 2 किलोमीटर फ्रॉम हर हाउस, हमेशा होम स्टेशन ही मनो। 2 किलोमीटर किधर वल जाती है, साउथ वल जाती है। आप साउथ कह सकते हैं, ईस्ट है, दिस इज नॉर्थ है, दिस इज वैस्ट है। एंड दैन ही रीच ए टैंपल, एक मंदिर पहुंचती है। आफ्टर दैट वो की करती है कि लैफ्ट टर्न करती है, तो लैफ्ट ए वा। ठीक है, तो 4 किलोमीटर चलती है। अगेन वो की करती, राइट टर्न करती है, तो अनदर यानी अपने घर पहुंच जाती है। दसो जिथों उन्हें स्टार्टिंग की सी अपनी यात्रा, वो बिल्कुल किहड़ी डिस्टेंस है। मेरे प्यारे मित्रों, हमेशा याद रखना है कि तुसीं हमेशा ए वाली डिस्टेंस होएगी एन अते ई। नॉर्थ ईस्ट कहोगे, ए वाली डायरेक्शन होंदी है कि नॉर्थ वैस्ट कहोगे। ए वाली डायरेक्शन तुसीं वैस्ट अते साउथ कहोगे, और ए वाली डायरेक्शन तुसीं ईस्ट अते साउथ कहोगे। इस करके तुहाडा ऑप्शन नंबर बिल्कुल थर्ड सही होएगा।
ਨੈਕਸਟ ਕੁਐਸਚਨ ਕਰਦੇ ਹਾਂ। ਇਹ ਪੁਰਾਣੇ ਸਮੇਂ ਦੇ ਅੰਦਰ ਕੁਐਸਚਨ ਪੇ ਬੈਂਕਿੰਗ ਦੇ ਬਹੁਤ ਵਾਰ ਪੁੱਛਿਆ ਜਾਂਦਾ ਸੀਗਾ, ਠੀਕ ਹੈ, ਬਹੁਤ ਹੀ ਸਿੰਪਲ ਜਿਹਾ। ਇਹਦੇ 'ਚ ਕੀ ਕੀਤਾ ਜਾਂਦਾ ਕਿ ਆਪਾਂ ਨੂੰ ਇੱਕ ਸਟ੍ਰੇਟ ਐਡਰੈਸ ਦਿੱਤਾ ਜਾਂਦਾ ਹੈ, ਇਹ ਆਪਾਂ ਨੂੰ ਐਡਰੈਸ ਦੱਸਿਆ ਗਿਆ ਹੈ, ਠੀਕ ਹੈ। ਪੀਟੀ ਆਪਾਂ ਕਹਿ ਸਕਦੇ ਹਾਂ ਕਿ ਪੰਡਿਤ ਰਾਮਕਾਂਤ ਦੇਸਾਈ ਹੈ, ਪਲਾਟ ਨੰਬਰ ਹੈ 1032 ਐਂਡ ਸਵਾਗਤ हॉल लेन तेली गली, ठीक है, अंधेरी ईस्ट मुंबई, यानी 4031 ये इनका पूरा एड्रैस है। हुण आपां चैक करना है कि पहला रोंग क्यों है, पहला रोंग क्यों है, कुछ स्पैलिंग मिस्टेक है, की रीजन है की नहीं है। सब तो पहला आपां देखो स्वागत की स्पैलिंग की इत्थे स्वागत है दिता होया ते ये मतलब बिल्कुल रोंग हो गया वा। सैकेंडली गल करते हैं आपां रमाकांत देसाई प्लॉट नंबर 1032 स्वागत हॉल टेली गली अंधेरी ईस्ट 4031। तो सब तो पहला यही चीज़ तुसी नोटिस करनी है कि कुछ ना कुछ बिल्कुल गलत दिता होएगा, तद करके आप कह सकते हैं कि रॉन्ग हो सकता वा। दूजे दे अंदर दूजा जो आपको एड्रैस दिता गया है उस ते आप डिस्कस कर रहे हैं। दूजा है कि हाँ जी पंडित रमाकांत देसाई, तो रमाकांत देसाई की स्पैलिंग तुसी चेक करोगे तो देसाई की स्पैलिंग इत्थे रॉन्ग दी हुई है। थर्ड थिंग इज दैट तीजा चीज़ की है पंडित रमाकांत देसाई प्लॉट नंबर 1032 है ना कि 1832, तो अपने को ऑटोमेटिक बच गया जो बिल्कुल सही एज इट इज़ है। इसे करके आप रॉन्ग करना भी सीखना है तद ही आप राइट कर सकते हैं। नैक्सट है कि DCAB इदा करके लिखा जा सकता वा, तो तुसी दसो मेरे प्यारे दोस्तों, अगर मैं कह सकता कि D 4 ते है तो J 10 ते है, तो इत्थे तुहाडे कोले 4 है तो इत्थे तुहाडे कोले 10 है, तो तुसी कह सकते हो कि 6 स्टैप इनक्रीज हो गया वा। ए अगर 1 ते है तुसी कह सकते हो ए 1 ते है और ए 7 ते है, तो डेफिनेटली ये तुहाडे कोले किन्ने इनक्रीज होए ने, तुहाडे कोले 6 इनक्रीज होए ने। C इत्थे 3 ते है और इत्थे I देखो C इत्थे 3 ते है और इत्थे I तुहाडे कोले 9 ते, इहदे विच भी किन्ने इनक्रीज होए ने, 6 इनक्रीज होए ने। इदां ही तुसी कह सकते हो कि O 15 ते 15 ते 6 कितना होएगा, तुहाडे कोले 21 होएगा और 21 ते की हुंदा U हुंदा है। यू ए भी नहीं है, ए भी नहीं है, ए भी नहीं है, बाकी पूरा करने की लोड़ ही नहीं, तुहाडा क्वेश्चन कंप्लीट हो चुकिया वा। बस ये मैथड्स तरीके मैं तुहाडे नाल शेयर करना चाहुंदा। गाइस दसो तुहानूं किदां लग रहा पैटर्न, ये अगर बिल्कुल तुहानूं हैल्पफुल है तो प्लीज़ सैशन नूं लाइक और शेयर करना नहीं भुलना है, ठीक है। सैशन नूं लाइक अते शेयर करना नहीं भुलना है, बहुत इंपॉर्टेंट है। इस तो अलावा गल करते हैं नैक्सट क्वेश्चन की, ठीक है। इदा ही आपां नूं दिता गया वा, एक कोड दिता गया, कोड दे विच आपां दसना इन्हां ने की पुछिआ है। सिलेक्ट द ऑप्शन रिलेटेड टू द थर्ड टर्म एंड द सेम वे एंड द सैकेंड टर्म रिलेटेड टू द फर्स्ट टर्म, तो आप आंसर फाइंड करना है। करेक्ट है मेरे प्यारे दोस्तों। ए अते जेड का मैं आज जुम्मा कह सकता वा कि जी अते टी GT कह सकता वा, टी तो शुरू होने वाला ए नहीं है और ये मेरे को फोर्थ ऑप्शन, बल्कि मैं अपन जस्टिफाई करांगे। लास्ट दे विच W है, इत्थे D है, दिल वाले बन चुकिया वा, तो इन्हूं तुसीं क्यू अते की कह सकते हो क्वीन, तो इहदा मतलब की हुंदा वा तुसीं आंसर फोर्थ वाला जो फाइंड आउट करना है वो तुहाडे कोले पता होना चाहिए, तद ही तुसीं कर सकते हो। तो इहदा मतलब जाने क्यों, ठीक है। तो अखीरला अपने कोले जे होना चाहिए वा, तो जे इहदे एंड च है नहीं कट कर देंगे, इहदे एंड च है नहीं कट कर देंगे, इहदे एंड च बिल्कुल करैक्ट होएगा, राइट। चलो जी नैक्सट क्वेश्चन करते हैं आपां। ब्लैकनाथ हैज ए 3 चिल्ड्रन। देखो एक ब्लैकनाथ है, इदा आप कह सकते हैं ब्लैकनाथ के 3 पुत्र ने, ठीक है जी। आप इन्हों इंज बना सकते हैं, फर्स्ट बेटा हो गया वा, सैकेंड हो गया वा, थर्ड हो गया, ठीक है। इनके 3 पुत्र है एंड मैं कह सकता कि इनके 4 ग्रैंड सन है। ये 4 की ने ग्रैंड सन है, आप इत्थे लिख लांगे। सवाल बहुत इंटरस्टेड है, आप यही चीज़ फाइंड आउट करनी है। इन्होंने दस्या कि आदिनाथ इहदा आदिनाथ है ना, जो आप कह सकते हैं आदिनाथ इहदा इल्डेस्ट सन है अते पीयूष इहदा यंगेस्ट है, तो आप इत्थे पीयूष कह सकते हैं। पीयूष का पहला नंबर हो गया वा, इदा कह सकते हैं आप कि यह तीजे नंबर पर, क्योंकि सब तो वड्डा हुंदा वो पुराना हुंदा है। ये तीजे नंबर का बेटा है, ये दूजे नंबर का बेटा है, पहले नंबर का बेटा है, ये पहले नंबर का होएगा, दूजे नंबर का होएगा, तीजे नंबर का, चौथे नंबर का। आप इन्होंने कोड चेंज करके लिख सकते हैं, करेक्ट है। नैक्सट है कि ब्लैकनाथ्स इल्डेस्ट ग्रैंडसन सागर है। इल्डेस्ट ग्रैंडसन सब तो इल्डेस्ट गल करते हैं तो यह सागर है, ठीक है जी। इस तो बाद गल करते हैं कि हुण इत्थे सवाल ये ऐड किया जा रहा है कि हुज मदर राधा, ठीक है। हुज मदर राधा एंड इहदी मदर कौन है, राधा मदर है इहदी, ठीक है। इहदा डेफिनेटली अगर पहले की गल करते हैं तो इहदी मदर ये हो गए, इन्हां दा बेटा हो चुकिया वा। आदि की वाइफ गल करते हैं तो वह राधा बन चुकी है, आदि की वाइफ की गल करते हैं राधा बन चुकी है, क्योंकि यह मेल अते यह फीमेल है, करेक्ट है गाइस। इस तो अगे निकलते हैं आप। नैक्सट है कि राधा इज यंगर देन पीयूष। अगर मैं थोड़ा जिहा स्पेस बनावा इत्थे तो मैं इत्थे कह सकदा वां कि राधा आ, ठीक है, राधा ये यंगर किहदे नालों है, पीयूष नालों,
करेक्ट है, ठीक है। नेक्स्ट स्टेटमेंट की कहता वा कि नेक्स्ट है कि अनागा इज आदिनाथ सिस्टर्स डॉटर, मतलब कि आदिनाथ की जो सिस्टर है आप कह सकते हैं कि इनकी कोई सिस्टर है, उस सिस्टर दा बेटी है बल्कि, लेकिन कंडीशन की क्वेश्चन की यही कंडीशन है कि समझना है सवाल ਨੂੰ हमेशा क्वेश्चन ਨੂੰ ਕਰਨ ਤੋਂ ਪਹਿਲਾਂ ਤੁਸੀਂ ਰੀਡ ਆਊਟ ਕਰੋ। ਰੀਡ ਆਊਟ ਕਰਨ ਦੇ ਵਿੱਚ ਤੁਹਾਨੂੰ ਮੈਕਸਿਮਮ ਤੋਂ ਮੈਕਸਿਮਮ क्वेश्चन समझ आ जाएगा। अनागा इज आदिनाथ सिस्टर्स डॉटर, अगर आप कह सकते हैं कि इतने मैं कोई भी एक्स लिख देना, एक्स सिस्टर है, तो डेफिनेटली डॉटर कौन है, अनागा आ, ठीक है, तो मैं इतने अनागा कह सकता वा। हुण क्या जाना है कि अनागाज ब्रदर, अनागा का ब्रदर कौन है, उनका नाम है चेतन, तो मैं इतने इस अगर गर्ल है तो ये चेतन हो चुकिया वा, ठीक है। नैक्सट पूछा जा रहा है कि इन्हों की मदर है, मदर नालों बल्कि 25 साल यह की है, मदर का नाम की है मेघमा, तो आप एक्स नूं हटा के मेघमा कर सकते हैं। मदर नालों 25 साल, अगर मदर एक्स है तो डेफिनेटली चेतन की उम्र कितनी बनेगी, चेतन की उम्र बनेगी मैं कह सकता वा कि x - 25, तादी छोटा होएगा। इदा ही पूछा जा रहा है कि सागर इज यंगर देन हिज फादर, मतलब सागर है अपने फादर नालों यंगर है, तो आदि फादर कौन, आदिनाथ, और आदिनाथ नालों कितना 30 साल का फर्क है। हाउ रिलेटेड टू राधा टू आदिनाथ, तो सिंपल जी गल है, राधा और आदिनाथ का रिलेशन की है, अगर पुत्र है तो डेफिनेटली सिस्टर तो होएगी नहीं, ये सिस्टर इन लॉ भी नहीं होएगी, कांट बी डिटरमाइन नहीं होएगा, तो स्पाउस का केस लगेगा, मतलब एक पारिवारिक हम पति पत्नी है, करेक्ट है ना। अच्छा क्वेश्चन है, इदा तुसीं समझना आ, क्वेश्चन की लैंग्वेज तो नहीं डरना किसी भी स्टूडेंट ने पर्टिकुलर। सवाल नंबर नैक्सट है कि भाविका सैड, भाविका ने की किया वा, ये भाविका आ, भाविका कहती है कि एक लड़की की पिक्चर देख रही है, वो ये लड़की है, भाविका खुद एक फीमेल है, फीमेल एक फीमेल की पिक्चर देख के कहती है कि मेरे हसबैंड, इनका हसबैंड है, कहती भी मेरे हसबैंड के इकलौते जिहड़ा फादर है उसकी बेटी है, ये उसकी बेटी है, तो डेफिनेटली ये की बनेगी, ननंद बनेगी, ननंद बनेगी। तो इनू अंग्रेजी की कहने आप, ननंद नू अंग्रेजी कहते हैं की कहने, ननान नू सिस्टर इन लो, ननान नू की कहांगे, सिस्टर इन लो कहांगे, सिस्टर तो हो नहीं सकता। गाइज मैनू प्लीज़ एक बार सारे स्टूडेंट्स दसो कमेंट बॉक्स के अंदर कि तुहानू इंटरस्ट आ रहा वा, तुहानू लग रहा है कि वाकई जिस भी तरीके की तुसी किसी इंस्टीट्यूट तो, किते ऑनलाइन कोचिंग सेंटर तो, इस तो अलावा चाहे तुसी गिल्ज मिंटोर तो, किसी भी बुक तो अगर हैल्प लई है, प्रिपरेशन कर रहे हो, कि तुहानू यकीन हो रहा है कि तुसी रीजनिंग पेपर च ठीक ठाक अटैम्प्ट कर सकते हो, प्लीज़ एक बार सारे दसो, सारे स्टूडेंट्स दसो, वेरी गुड, बहुत अच्छा है, ठीक है। सैशन शेयर भी करना, नाल शेयर करो इस खुशी दे विच, इस खुशी दे विच शेयर करो, इंस्टाग्राम, टैलीग्राम, व्हाट्सअप, ठीक है ना, जिदा तुसी सवेरे सवेरे उठ के फटाफट देखते हो ना कि आहा अज किसी ने की स्टेटस पाया आ, अज की स्टोरी पानी है, ठीक है ना, खास तौर पर जिवें टिकटॉक का क्रेज चढ़िया तुहाडे दिमाग ते, तो तुसी प्लीज़ इस चैनल नूं सपोर्ट करो ताकि तुहाडी असीं इदां ही हैल्प करते रहिए, करेक्ट है। साडे किसी भी टीचर के दिमाग च इदां ना होवे कि स्टूडेंट्स सानू कोऑपरेट नहीं कर रहे हैं, तो प्लीज़ तुसी जरूर शेयर करना है, ठीक है। थैंक यू सो मच, थैंक यू। चलो अगे शुरू करते हैं। नेक्स्ट क्वेश्चन है, अनीता इज टॉलर देन भाविका, अनीता है वो बल्कि भाकुला नालों टॉलर है। नेक्स्ट अपन पूछा जा रहा है कि नेक्स्ट है कि सोनीना इज ए शॉर्टर देन नैना, ठीक है, नैना बारे आपां नूं नहीं पता, दैन वी चैक इट। भाविका इज टॉलर देन तारा है, तारा नालों वड्डी है। नैना इज शॉर्टर देन तारा, इसका मतलब है कि नैना इत्थे आएगी, और नैना है वो किहदे नालों वड्डी है, बल्कि सुनीना इज शॉर्टर देन है। इन्हें यही पूछा है कि सब तो ज़्यादा शॉर्टेस्ट कौन है, सब तो छोटा कौन है, सोनीनिया है, इस करके आप कह सकते हैं कि सोनीनिया यही बिल्कुल करेक्ट आंसर होएगा, ठीक है। आई होप तुहानूं समझ आ गया होएगा, बहुत ही सिंपल जिहा क्वेश्चन है और धमाकेदार क्वेश्चन है, 1 नंबर तुहाडा होर पक्का हो गया। सवाल नंबर नेक्स्ट है, सवाल कह रहा है कि विशु है, विशु का स्कोर कितना है, विशु का स्कोर प्यारे मित्रों 52 या 100 चों। फिर पूछा जाए रमन का स्कोर 7 ज़्यादा है, रमन का स्कोर 7 ज़्यादा है तो 59 होएगा। बट ये कहते कि श्याम है, श्याम का स्कोर 9 घट है, 9 घट है, तो मेरे प्यारे मित्रों जितों तक आप गल करते हैं पर्टिकुलर क्वेश्चन के अंदर, वो कहते भी रमन का स्कोर श्याम नालों 9 घट है, तो श्याम का स्कोर डेफिनेटली 9 ज़्यादा होएगा, 9 ज़्यादा होएगा तो 68 होएगा। इस तो बाद योगेश का कहते भी नारायण नालों 5 घट है, ठीक है, योगेश का स्कोर नारायण नालों 5 घट है, पर यह कहते भी नारायण का स्कोर 6 ज़्यादा है कि श्याम नालों 6 ज़्यादा, तो डेफिनेटली 74 होएगा। योगेश का 5 घट है, तो 5 घट का मतलब कितना होएगा 69 होएगा।
क्वेश्चन के एंड 'ਚ ਇਹ ਪੁੱਛਿਆ ਜਾ ਰਿਹਾ ਸੀ ਹਾਈਐਸਟ ਮਾਰਕਸ ਕਿਹਦੇ ਨੇ ਤੇ ਕਿਹਦੇ ਨੇ बल्कि नॉट इतने एन नारायण आएगा, मैं आर लिखता वा, तो ऑप्शन नंबर डी बिल्कुल ऑप्शन नंबर चौथा करेक्ट है। योगेश नहीं हो सकता, रमन नहीं हो सकता, श्याम नहीं हो सकता। बिल्कुल आसान जी, आसान रीजनिंग आती है, आसान मैथमेटिक्स आती है। 5 स्टूडेंट्स हैं, पंज मित्र ने इदा इदा करके बैठे ने। हालांकि मैं तुहानूं एक्सरसाइज करवावांगा, बिल्कुल किसी भी स्टूडेंट्स ने परेशान नहीं होना है कि सर हजे तक तुसीं सानूं सेटिंग नहीं करवाया, अगे अपने धमाकेदार सैशन रीजनिंग च होणगे मेरे दोस्तों। किसी भी स्टूडेंट्स ने कोई क्लास मिस नहीं करनी है। तुसीं तुहाडा पर्सनल चाहे किसी की शादी ते, किसी के फंक्शन ते, बर्थडे पार्टी किते भी जा रहे हो यार, रात नूं तुसीं सौण तो पहलां गिल्ज मिंटोर दे सैशन देखने हैं, करैक्ट है, नहीं तो पाप तुहानूं लगना ही लगना है। हिसाब ला लिओ इस गल दा, ठीक है। 5 दोस्त ने, 5 मित्र ने, रानी है, अर्चना है, पूनम है, चंचल है, मनीषा है। ये किसी भी टेबल के बाहरले पासे बैठे ने। सवाल यह है कि रानी इज सिटिंग नैक्सट टू द अर्चना बट नॉट सिटिंग नैक्सट टू द पूनम। हुण असी बिल्कुल नतीजे ते नहीं पहुंच सकते हैं। अर्चना इज नॉट सिटिंग नैक्सट टू द चंचल। देखो हमेशा मैं तुहानूं गल करना है, चाहे तुसीं पजल करोगे, सिटिंग अरेंजमेंट करोगे, जिन्ने भी लैंग्वेजेस क्वेश्चन करोगे, हमेशा पूरा स्टेटमेंट पढ़ना लाजमी है, जिसके करके तुहानूं उहदे बिल्कुल प्लस अते माइनस चीज़ां याद रह जाण। मनीषा इज सिटिंग टू रानीज इमीजिएट राइट एंड पूनम इज सिटिंग अर्चनाज इमीजिएट लैफ्ट। नैक्सट है कि चंचल इज सिटिंग बिटवीन पूनम एंड मनीषा। तो मैं कह सकता वा कि चंचल है, ये चंचल है, ठीक है। देखो सब तो पहला तुसीं चंचल की बजाय ना इस चंचल नूं भी शुरुआत नहीं करते आपां। स्टार्टिंग के अंदर जो आप इथों रीड करना क्या, तो आपको क्या जा रहा है कि नैक्सट है, कोई नैक्सट है, एक पिछे है, तो आपको नहीं पता सी कित्थे है। बट एक स्टेटमेंट क्लीयर हो चुका वा मनीषा तो, मनीषा सिटिंग रानीज इमीजिएट राइट। तो आप कह सकते हैं अगर ये रानी है तो मैं कह सकता वा इत्थे कौन बैठेगा, इत्थे मनीषा बैठेगी, करेक्ट है ना, इमीजिएट राइट हो गया। पूनम सिटिंग अर्चनाज इमीजिएट लैफ्ट है, अर्चना दे बिल्कुल लैफ्ट है, कौन, पूनम है। हुण सवाल च है कि चंचल है बिटवीन पूनम अते मनीषा दे विच है, तो ये मैं कह सकदा चंचल है, तो ये मैं कह सकदा वा नैक्सट कौन है अपने कोले, चंचल सिटिंग बिटवीन पूनम एंड मनीषा, तो पूनम इहदी पोजीशन इत्थे बनेगी, करेक्ट है, ठीक है, क्योंकि चंचल इहदे बिल्कुल विचाले बैठी है। सवाल बिच मैं छड्डिया सी कि पूनम सिटिंग अर्चनाज इमीजिएट लैफ्ट। पूनम है वो अर्चना दे इमीजिएट लैफ्ट है, तो अर्चना इत्थे होएगी, तो अर्चना दा लैफ्ट इधर बनेगा। हमेशा सर्कल की कंडीशन हुंदी मेरे प्यारे दोस्तों, जिद्दां तुहाडे कोले याद रखोगे तुसी हमेशा लई, यस गाइज, कि क्लॉकवाइज जो भी तुहाडे कोले कोई भी तुसी करो, क्लॉकवाइज परसन बिठावांगे तो क्लॉकवाइज की हुंदा है, क्लॉकवाइज तुहाडे कोले हुंदा है लैफ्ट। जो तुसी एंटी क्लॉक बिठाओगे इंज करके, ठीक है, एंटी क्लॉक किसी भी परसन को बिठाओगे वो तुहाडे कोले हुंदे ने राइट, क्योंकि तुसी क्लॉक दे अपोजिट हुंदे हो। सवाल च सीगा कि दसो हू बिटवीन चंचल एंड अर्चना, चंचल अते अर्चना दे विचाले कौन है, चंचल ए है, अर्चना ए है, ते इन्हां दे मिडी बिल्कुल विचाले कौन है, पूनम है, तो ऑप्शन नंबर 2 बिल्कुल करैक्ट होएगा। हुण आपां नंबर सीरीज की गल करते हैं। नंबर सीरीज हमेशा परेशान करता, बैंकिंग 5 नंबर सीरीज आउंदी है, 5 दे विचों मेरे दोस्तों याद रखो, तुसी जिन्नी मर्जी प्रैक्टिस कर लो, तुसी मैक्सीमम टू 3 कर सकते हो, लेकिन 2 तुहानूं इदां परेशान करके दित्तियां जांदियां और वो प्रैक्टिस वाले कर सकते हैं। लेकिन PSPCL पेपर च बहुत आनंद मैं आनंद करावांगा तुहानूं। एक नौ स्टैप छड्डो, 1 दा दुगना 4, 4 दा दुगना 8, 8 दा दुगना 16, 16 दा दुगना कितना आएगा 32। तो 32 देखो ये शुरू च नहीं है, ये शुरू च नहीं, ये शुरू च नहीं है, बाकी करन दी लोड़ ही नहीं, गल खत्म होगी, तुहाडा क्वेश्चन पूरा हो चुकिया वा। यही DDF कंसैप्ट के अंदर मैं तुहानूं समझा रहा वा, अनअकैडमी ते DDF मैं बहुत डीप च करवा रहा वा, तुहानूं भी सारे डाउट्स करावांगा, बिल्कुल डरना नहीं है किसी भी स्टूडेंट्स ने। अगला सवाल देखते हैं, इत्थे है कि 2 9 16 डैश अते इन्ना है। मैं गल करांगा 2 दे विच अगर 7 वधा दईए तो 9 है, 9 दे विच 7 वधा दईए 16, 16 दे विच 7 वधा दईए 23 होएगा, तो डेफिनेटली 23 ऑप्शन नंबर 2 है, करैक्ट है। नैक्सट क्वेश्चन करते हैं, 6 - 15 दिता है। हुण तुसीं सोचोगे कि सर 6 - 3 तो 3 होना चाहिए है, इन्होंने 15 की दिता मेरे दोस्तों, इन्होंने 6 × 3 मल्टीप्लाई 18 - 3 बराबर 15 आंसर किया है। ये कहते भी 6 × 4 कितना होंगे 24, 24 चों 4 की माइनस किते 20 हो गए। नैक्सट हो गया 7 × 5 7 × 5 35, 35 चों 5 तुहाडे कोल 30 आंसर आएगा। ऑप्शन नंबर फर्स्ट बिल्कुल करैक्ट होना चाहिए आ। नैक्सट क्वेश्चन है, एक स्टेटमेंट दिता गया आपां नूं 84, इत्थे 4 है, इत्थे 3 है, इत्थे 18, इत्थे 3 है।
ਇਹ ਕਹਿੰਦੇ ਵੀ ਜਿਹੜਾ ਤੁਸੀਂ ਕਾਪੀਰਾਈਟ ਸੀ ਯੂਜ਼ ਕਰੋਗੇ ਉਹਦਾ ਮਤਲਬ ਹੈ ਡਿਵੀਜ਼ਨ ਤਾਂ ਡਿਵਾਈਡ ਕਰਤਾ ਵਾ। ਤੁਸੀਂ ਅਗਰ ਹੈਸ ਯੂਜ਼ ਕਰੋਗੇ ਤੇ ਇਹਦਾ ਮਤਲਬ ਹੈ ਮਲਟੀਪਲਾਈ ਹੈ। ਅਗਰ ਡਾਲਰ ਯੂਜ਼ ਕਰੋਗੇ ਤੇ ਇਹਦਾ ਮਤਲਬ ਐਡੀਸ਼ਨ ਹੈ। ਔਰ ਅਗਰ ਤੁਸੀਂ ਐਟ ਦਾ ਰੇਟ ਯੂਜ਼ ਕਰ ਰਹੇ ਹੋ ਤੇ ਇਹਦਾ ਮਤਲਬ ਮਾਈਨਸ ਹੈ। ਅਗਰ ਇਹਨਾਂ ਦੋਨਾਂ ਨੂੰ ਕਰੋਗੇ ਤਾਂ 21 ਆਏਗਾ, 21 × 3 + 18 - 3 ਆਏਗਾ। ਹੁਣ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਸੌਰੀ ਫॉर दैट। ਹੁਣ ਦੇਖੋ ਕਿੰਨਾ ਆਸਾਨ ਕੁਐਸਚਨ ਹੈ। ਕਿਉਂ ਤੁਸੀਂ ਕਿੰਜ ਕਰ ਸਕਦੇ ਹੋ, ਯਾਦ ਰੱਖੋ ਕਿ ਇਹ ਵਾਲਾ BDMAS ਜਿਸ ਨੂੰ ਮੈਂ ਬਦਮਾਸ਼ ਕਹਿੰਦਾ ਆ, ਇਹਦੇ ਚ ਬ੍ਰੈਕਟ ਹੈ ਨਹੀਂਗਾ, ਡਿਵਾਈਡ ਅਸੀਂ ਕਰਤਾ ਵਾ, ਮਲਟੀਪਲਾਈ ਕਰਨਾ 21 × 63 ਹੁੰਦਾ ਹੈ, 63 + 18 - 3 ਹੋਏਗਾ। ਹੁਣ ਤੁਹਾਡੇ ਕੋਲੇ ਮਲਟੀਪਲਾਈ ਹੋ ਚੁੱਕਿਆ ਵਾ। ਹੁਣ ਐਡੀਸ਼ਨ ਕਰਾਂਗੇ ਆਪਾਂ ਮੇਰੇ ਪਿਆਰੇ ਦੋਸਤੋ। ਹੁਣ ਆਪਾਂ ਐਡੀਸ਼ਨ ਕਰਾਂਗੇ ਤਾਂ ਇਹਨਾਂ ਦੋਨਾਂ ਨੂੰ ਜੋੜ ਕਰਾਂਗੇ ਤਾਂ ਇਹ ਕਿੰਨਾ ਬਣ ਜਾਏਗਾ ਸਾਡੇ ਕੋਲ 81 ਦੇ ਵਿੱਚੋਂ 3 ਮਾਈਨਸ ਕਰਾਂਗੇ ਤਾਂ ਸਾਡੇ ਕੋਲੇ 78 ਹੀ ਬਚੇਗਾ। ਤਾਂ ਆਪਸ਼ਨ ਨੰਬਰ 2 ਬਿਲਕੁਲ ਰਾਈਟ ਹੋਏਗਾ। ਨੈਕਸਟ ਕੁਐਸਚਨ ਦੇਖਦੇ हैं। बहुत ही खूबसूरत ਜਿਹਾ ਕੁਐਸਚਨ ਹੈ ਸਾਡੇ ਕੋਲੇ। ਸਵਾਲ 'ਚ ਕਿਹਾ ਜਾ ਰਿਹਾ ਕਿ 36 ਠੀਕ ਹੈ ਔਰ ਇੱਥੇ ਤੁਸੀਂ ਇੰਜ ਕਰਕੇ ਔਰ ਇੱਥੇ ਤੁਸੀਂ 8 ਕਰਨਾ ਆ। ਮੇਰੇ ਪਿਆਰੇ ਦੋਸਤੋ ਯਾਦ ਰੱਖੋ, ਇਹ ਕਹਿੰਦਾ ਵੀ ਮਲਟੀਪਲਾਈ ਨੂੰ ਪਲੱਸ ਕਰ ਦੋ, ਪਲੱਸ ਨੂੰ ਮਲਟੀਪਲਾਈ ਕਰ ਦੋ, ਤੇ ਇਹਦਾ ਮਤਲਬ ਇਹਨੂੰ ਪਲੱਸ ਕਰਤਾ, ਇੱਥੇ ਮਲਟੀਪਲਾਈ ਕਰਤਾ। ਕਹਿੰਦੇ 2 ਨੂੰ 8 ਕਰ ਦੋ ਅਤੇ 8 ਨੂੰ 2 ਕਰ ਦੋ ਤਾਂ ਇੱਥੇ ਮਤਲਬ ਕੀ ਆ ਜਾਏਗਾ, ਇੱਥੇ 8 ਆ ਜਾਏਗਾ ਔਰ ਇੱਥੇ ਸਾਡੇ ਕੋਲੇ 2 ਹੋ ਜਾਏਗਾ। ਠੀਕ ਹੈ ਦੋਸਤੋ। ਹੁਣ ਦੇਖੋ ਮੈਂ ਦੋਨਾਂ ਨੂੰ ਅਗਰ ਜੋੜਾਂਗਾ ਤਾਂ ਕਿੰਨਾ 44 ਹੈ, 44 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ 88 ਆਂਸਰ ਆ ਜਾਏਗਾ। ਕਿੱਦਾਂ ਲੱਗਿਆ ਤੁਹਾਨੂੰ ਕਨਸੈਪਟ? ਕਿੰਨੀ ਆਸਾਨ ਰੀਜ਼ਨਿੰਗ ਹੈ ਯਾਰ। ਠੀਕ ਹੈ, ਕਿਸੇ ਵੀ ਸਟੂਡੈਂਟਸ ਨੇ ਡਰਨਾ ਨਹੀਂ ਹੈ। ਤੁਹਾਡਾ ਹੌਸਲਾ ਵਧੇਗਾ ਇਸ ਪੇਪਰ ਨੂੰ ਦੇਖ ਕੇ, ਤੁਹਾਡੀ ਆਤਮਾ ਖੁਸ਼ ਹੋਏਗੀ, ਤੁਹਾਨੂੰ ਅੰਦਰੋਂ ਇੱਕ એનર્ਜੀ ਮਿਲੇਗੀ, ਡੈਫੀਨੇਟਲੀ ਮਿਲੇਗੀ ਕਿ ਹਾਂ ਸਾਡੇ 25 ਵੱਟ ਤੇ ਪਏ ਹੈ ਔਰ ਤੁਹਾਡਾ ਦਿਲ ਵੀ ਇਦਾਂ ਕਰੇਗਾ ਕਿ ਹਾਂਜੀ ਸਾਨੂੰ ਡੈਫੀਨੇਟਲੀ ਗਿੱਲ ਸਰ 25 ਕਰਵਾ ਕੇ ਹੀ ਦੇਣਗੇ। ਰਾਈਟ। ਨੈਕਸਟ ਇੱਕ ਸਟੇਟਮੈਂਟ ਦਿੱਤਾ ਗਿਆ। ਸਟੇਟਮੈਂਟ 'ਚ ਇਹ ਹੈ ਕਿ ਇਹ ਕਹਿੰਦਾ ਵੀ ਡਾਲਰ ਹੈ ਨਾ, ਜਿਹੜਾ ਡਾਲਰ ਕਹਿੰਦਾ ਹੈ ਕਿ ਮੇਰੇ ਤੋਂ, ਯਾਦ ਰੱਖੋ ਤੁਸੀਂ ਡਾਲਰ ਕੀ ਕਹਿ ਰਿਹਾ, ਹਾਊ ਮਨੀ ਟਾਈਮਸ ਡਾਲਰ ਕਮਸ ਬਿਫੋਰ ਦਾ ਮਤਲਬ ਹੈ ਐਟ ਦਾ ਰੇਟ, ਇਸ ਤੋਂ ਪਹਿਲਾਂ ਅਤੇ ਨੈਕਸਟ ਹੈਜ਼। ਸਵਾਲ ਇਹ ਹੈ ਕਿ ਡਾਲਰ ਤੋਂ ਪਹਿਲਾਂ ਹੈਜ਼ ਨਹੀਂ ਆਵੇ ਅਤੇ ਇਸ ਤੋਂ ਬਾਅਦ ਐਟ ਦਾ ਰੇਟ ਕਿੰਨੇ ਵਾਰੀ ਹੈ। ਜੇ ਆਪਾਂ ਇੱਥੇ ਚੈੱਕ ਕਰਾਂਗੇ ਤਾਂ ਸਾਡੇ ਕੋਲੇ ਮੇਰੇ ਦੋਸਤੋ ਇਹ ਵਾਲਾ ਸਟੇਟਮੈਂਟ ਸਭ ਤੋਂ ਪਹਿਲਾਂ ਆ, ਬਟ ਇਹ ਤਾਂ ਇੰਪਲੀਮੈਂਟ ਹੀ ਨਹੀਂ ਹੋ ਰਿਹਾ। ਜੇ ਡਾਲਰ ਚੈੱਕ ਕਰਾਂਗੇ ਤਾਂ ਡਾਲਰ ਤੋਂ ਬਾਅਦ ਐਟ ਦਾ ਰੇਟ ਆਉਣਾ ਚਾਹੀਦਾ, ਇੱਥੇ ਵੀ ਨਹੀਂ ਆ ਰਿਹਾ। ਠੀਕ ਹੈ, ਫਿਰ ਗੱਲ ਕਰਾਂਗੇ ਡਾਲਰ ਇਸ ਤੋਂ ਬਾਅਦ ਆ ਚੁੱਕਿਆ ਵਾ, ਲੇਕਿਨ ਇਹ ਕੰਡੀਸ਼ਨ ਸਭ ਤੋਂ ਪਹਿਲਾਂ ਹੋਗੀ ਐਟ ਦਾ ਰੇਟ, ਡਾਲਰ ਔਰ ਐਟ ਦਾ ਰੇਟ। ਸਵਾਲ ਇਹ ਸੀਗਾ ਕਿ ਡਾਲਰ ਤੋਂ ਪਹਿਲਾਂ ਹੈਜ਼ ਨਹੀਂ ਆਉਣਾ ਚਾਹੀਦਾ, ਇੱਥੇ ਆ ਰਿਹਾ, ਆਪਾਂ ਕਹਿ ਸਕਦੇ ਹਾਂ ਇਹ ਲੌਜੀਕਲੀ ਫਿੱਟ ਬੈਠ ਰਿਹਾ ਵਾ। ਦੂਜਾ ਚੈੱਕ ਕਰਾਂਗੇ ਇੱਥੇ ਤਾਂ ਮੇਰੇ ਦੋਸਤੋ ਇੱਥੇ ਤਾਂ ਬਿਫੋਰ ਹੈਜ਼ ਆ ਰਿਹਾ, ਆਉਣਾ ਨਹੀਂ ਚਾਹੀਦਾ, ਇਸ ਕਰਕੇ ਆਪਾਂ ਇਸ ਨੂੰ ਵੀ ਕੈਂਸਲ ਕਰ ਦਾਂਗੇ। ਤੀਜਾ ਆਪਾਂ ਚੈੱਕ ਕਰ ਦਾਂਗੇ ਇਹ ਵਾਲਾ ਕੰਡੀਸ਼ਨ ਬਿਲਕੁਲ ਦੂਜੀ ਸਹੀ ਹੋ ਰਹੀ ਹੈ ਔਰ ਤੀਜੀ ਵਾਲੀ ਕੰਡੀਸ਼ਨ ਇਹ ਬਿਲਕੁਲ ਇੰਪਲੀਮੈਂਟ ਹੋ ਰਹੀ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕਿ 3 ਟਾਈਮਸ ਬਣ ਸਕਦਾ ਵਾ। ਸਵਾਲ ਇਹ ਸੀਗਾ ਕਿ ਡਾਲਰ ਤੋਂ ਪਹਿਲਾਂ ਹੈਜ਼ ਨਹੀਂ ਆਉਣਾ ਚਾਹੀਦਾ, ਇਹਨੇ ਸੀਗਾ ਕਿ ਐਸ ਡਾਲਰ ਕਮਸ ਇਮੀਡੀਏਟਲੀ ਬਿਫੋਰ ਐਟ ਦਾ ਰੇਟ ਬਟ ਨਾਟ ਇਮੀਡੀਏਟ ਆਫਟਰ, ਮਤਲਬ हैज तो बाद नहीं होना चाहिए। ठीक है, तो तुसी समझ गए होंगे, करेक्ट है। चलो तो दोस्तों नेक्स्ट क्वेश्चन करते हैं। वैन डायग्राम चो ही क्वेश्चन पूछा गया वा। क्वेश्चन आपां नूं ये पूछा गया है, कहंदा भी जो ट्राइंगल है सिंगरां नूं रिप्रेजेंट कर रहा है, सर्कल है वो जॉगर्स नूं कर रहा वा अते रैक्टेंगल है वो डॉक्टर्स नूं कर रहा है। स्टेटमेंट ये है कि व्हाट इज द नंबर ऑफ डॉक्टर्स हु नीदर जॉगर्स एंड सिंगर। देखो ਇਹ ਕਹਿੰਦਾ ਵੀ ਨਾ ਤਾਂ ਉਹ ਡਾਕਟਰ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਡਾਕਟਰਾਂ ਦਾ ਜੋ ਕੇਸ ਹੈ, ਡਾਕਟਰਾਂ ਦਾ ਕੇਸ ਹੈ ਰੈਕਟੈਂਗਲ ਦੇ ਵਿੱਚ, ਤੇ ਇਸ ਦੇ ਅੰਦਰ ਸਾਰੇ ਜਿੰਨੇ ਡਾਕਟਰਸ ਨੇ, ਅਗਰ ਆਪਾਂ ਪਾਰਟੀਕੂਲਰ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਹੈ ਇਸ ਕੁਐਸਚਨ ਦੀ, ਇਸ ਤੋਂ ਇਲਾਵਾ ਵੀ ਮੈਂ ਐਡੀਸ਼ਨਲ ਫੈਕਟ ਦੱਸ ਦਿੰਦਾ। ਇਹ ਜੋ 8 ਹੈ, 8 ਕੀ ਨੇ, 8 ਉਹ ਕਾਮਨ ਨੰਬਰ ਹੈ ਜੋ ਇੱਕ ਸਿੰਗਰ ਵੀ ਨੇ ਅਤੇ ਇੱਕ ਦੂਸਰੀ ਗੱਲ ਕਰਦੇ ਹਾਂ ਜੌਗਰਸ ਵੀ ਨੇ ਅਤੇ ਡਾਕਟਰ ਵੀ ਨੇ। 5 ਦੀ ਗੱਲ ਕਰਦੇ ਹਾਂ ਤਾਂ 5 ਮੇਰੇ ਦੋਸਤੋ ਆਪਾਂ ਕਹਿ ਸਕਦੇ ਹਾਂ ਡਾਕਟਰ ਵੀ ਹੈ ਅਤੇ ਆਪਣੇ ਕੋਲੇ ਜੌਗਰ ਵੀ ਹੈ। ਜੇ ਆਪਾਂ ਗੱਲ ਕਰਦੇ ਹਾਂ 6 ਦੀ ਤਾਂ 6 ਆਪਣੇ ਕੋਲੇ ਇੱਕ ਸਿੰਗਰ ਵੀ ਹੈ ਅਤੇ ਡਾਕਟਰ ਵੀ ਹੈ, ਬਟ ਕੁਐਸਚਨ 'ਚ ਪੁੱਛਿਆ ਗਿਆ ਨੀਦਰ ਜੌਗਰਸ ਔਰ ਨਾਟ ਸਿੰਗਲ, ਤਾਂ 18 ਬਣੇਗਾ ਬਾਹਰ ਦੀ ਬਾਹਰ। ਤਾਂ ਤੁਸੀਂ ਬਿਲਕੁਲ ਅੱਖਾਂ ਬੰਦ ਕਰਕੇ ਟਿਕ ਕਰ ਦੋਗੇ। ਤਾਂ ਮੇਰੇ ਦੋਸਤੋ ਇਹ 25 ਕੁਐਸਚਨ ਰੀਜ਼ਨਿੰਗ ਦੇ ਸੀ। ਮੈਂ ਨਹੀਂ ਮੰਨ ਸਕਦਾ ਕਿ ਤੁਹਾਡੇ 25 ਚੋਂ 25 ਅੱਜ ਦਾ ਸਕੋਰ ਘੱਟ ਹੋਏਗਾ। ਵੀ ਹੋਪ ਤੁਸੀਂ ਅੱਛੇ ਲੈਵਲ ਦਾ ਕੀਤਾ ਹੋਏਗਾ। ਪਾਰਟੀਕੂਲਰ ਗੱਲ ਕਰਦੇ ਇਸ ਰੀਜਨਿੰਗ ਦੇ ਵਿੱਚ ਇੱਕ ਵੀ ਕੁਐਸਚਨ ਸਿਲੌਗ ਦਾ ਨਹੀਂ ਪੁੱਛਿਆ ਗਿਆ ਸੀ। ਇੱਥੇ ਕੋਈ ਵੀ ਇਨਪੁਟ ਆਊਟਪੁੱਟ ਨਹੀਂ ਪੁੱਛਿਆ ਗਿਆ ਸੀ। ਸਟੇਟਮੈਂਟ ਕਨਕਲੂਜਨ ਨਹੀਂ ਪੁੱਛੇ ਗਏ ਸੀ। ਬਹੁਤ ਹੀ ਸਿੰਪਲ ਜਿਹਾ ਪੇਪਰ ਪੁੱਛਿਆ ਗਿਆ ਸੀਗਾ। ਵੀ ਹੋਪ ਤੁਹਾਨੂੰ ਅੱਛਾ ਲੱਗਿਆ ਹੋਏਗਾ। ਇੱਦਾਂ ਹੀ ਆਪਾਂ ਟਾਈਮ ਕੱਢ ਕੇ ਇੱਕ ਮੈਥ ਦਾ ਪੇਪਰ ਡਿਸਕਸ਼ਨ ਕਰਾਂਗੇ। ਤੁਸੀਂ ਦੱਸਣਾ ਇਹ ਸੈਸ਼ਨ ਕਿੱਦਾਂ ਲੱਗਿਆ, ਕੀ ਤੁਹਾਡਾ ਲੈਵਲ ਹੈ।
ਔਰ ਕੀ ਤੁਹਾਨੂੰ ਹੈਲਪ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਪਲੀਜ਼ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ, ਔਰ ਇੱਕ ਲਾਈਕ ਕਰਿਓ। ਮਿਲਦੇ ਹਾਂ ਫਿਰ ਨੈਕਸਟ, ਤਦ ਤੱਕ ਖਿਆਲ ਰੱਖੋ, ਟੇਕ ਕੇਅਰ, ਬਾਏ ਬਾਏ।